ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਦਾ ਸੀਨ ਆਫ ਆਫਟਰ ਡੈਥ ਇਸ ਸਰਲੇਖ ਦੇ ਤਹਿਤ ਦਾਸ ਇੱਕ ਦੋ ਘਟਨਾਵਾਂ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ, ਜਿਸ ਦੇ ਦੌਰਾਨ ਉਹ ਵਿਅਕਤੀ ਜਿਹੜੇ ਮਰ ਕੇ ਜਿਉਂਦਾ ਹੋਏ ਸੀ, ਉਹਨਾਂ ਨੇ ਜੋ ਆਪਣੇ ਅੱਖੀਂ ਮਰਨ ਤੋਂ ਬਾਅਦ ਦੇ ਜੋ ਦ੍ਰਿਸ਼ ਦੇਖੇ ਆ, ਉਹ ਸਾਰੀ ਲਕਾਈ ਦੇ ਨਾਲ ਸਾਂਝੇ ਕੀਤੇ। ਸੋ ਜਿਵੇਂ ਇੱਕ ਜਿਹੜੀ ਪਹਿਲੀ ਘਟਨਾ ਹੈ ਉਹ PGI ਚੰਡੀਗੜ੍ਹ ਹੌਸਪੀਟਲ ਦੀ ਹੈ। ਉਹਦੇ ਵਿੱਚ ਇੱਕ ਲੇਡੀ ਨੇ ਇਹ ਦੱਸਿਆ ਸੀਗਾ ਕਿ ਉਹਦੀ ਇੱਕ ਦਾਦੀ ਸੀਗੇ। ਇਹ ਜਿਹੜੇ ਦਾਦੀ ਸੀ ਕਹਿੰਦੇ ਸਾਡੇ 2-3 ਮਹੀਨੇ ਤੋਂ ਬਿਮਾਰ ਆ ਰਹੇ ਸੀ। ਕਹਿੰਦੇ ਅਸੀਂ ਇਹਨਾਂ ਨੂੰ ਚੰਡੀਗੜ੍ਹ ਹੌਸਪੀਟਲ ਜਦ ਦਾਖਲ ਕਰਾਇਆ PGI, ਉਸ ਤੋਂ ਬਾਅਦ ਤਕਰੀਬਨ ਇੱਕ ਰਾਤ 8-9 ਵਜੇ ਉਹ ਆਪਣਾ ਸਰੀਰ ਤਿਆਗ ਗਏ। ਜਦ ਸਰੀਰ ਤਿਆਗ ਗਏ ਅਤੇ ਡਾਕਟਰ ਨੇ ਚੈੱਕਅਪ ਕੀਤਾ, ਉਹਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਅਤੇ ਉਹਨਾਂ ਦੇ ਘਰਦਿਆਂ ਨੂੰ ਕਹਿ ਦਿੱਤਾ ਕਿ ਹੁਣ ਤੁਸੀਂ ਇਸ ਤਰ੍ਹਾਂ ਕਰੋ, ਪੇਪਰ ਬਣਾ ਲਓ। ਜਦ ਘਰ ਦੇ ਜਿਹੜੇ ਸੀਗੇ ਉਹ ਜ਼ਰੂਰੀ ਕਾਗਜ਼ ਪੱਤਰ ਬਣਾਉਣ ਲੱਗੇ ਹੌਸਪੀਟਲ ਦੇ ਵਿੱਚ ਉਹਦੀ ਬੋਡੀ ਨੂੰ ਘਰ ਲਿਜਾਣ ਵਾਸਤੇ, ਅਚਨਚੇਤ ਉਹ ਜਿਹੜੀ ਮਾਈ ਸੀ ਉੱਠ ਕੇ ਬੈਠ ਗਈ। ਜਦ ਮਰੀ ਹੋਈ ਉੱਠ ਕੇ ਬੈਠ ਗਈ ਤਾਂ ਉੱਥੇ ਜਿਹੜੇ ਆਲੇ ਦੁਆਲੇ ਲੋਕੀ ਬੈਠੇ ਸੀ ਉਹ ਦੇਖ ਕੇ ਬੜੇ ਅਚਰਜ ਹੋ ਗਏ। ਉਹ ਇੰਨੇ ਘਬਰਾ ਗਏ ਕਿ ਉਹਨਾਂ ਨੇ ਭੂਤ ਭੂਤ ਕਹਿ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਨੱਠੇ। ਜਦ ਬਾਹਰ ਨੱਠੇ ਅਤੇ PGI ਹੌਸਪੀਟਲ ਦੇ ਵਿੱਚ ਇਸ ਗੱਲ ਦਾ ਰੌਲਾ ਪੈ ਗਿਆ। ਜਦ ਰੌਲਾ ਪੈ ਗਿਆ ਅਤੇ ਉਹ ਜਿਹੜੀ ਮਾਈ ਮਰ ਕੇ ਜਿੰਦੀ ਹੋਈ ਸੀ, ਉਹ ਉੱਠਦੇ ਸਾਰੀ ਉੱਚੀ ਉੱਚੀ ਆਪਣਾ ਪੁੱਤਰ, ਉਹਦਾ ਨਾਂ ਸੀਗਾ ਰਾਜੂ, ਉਹਨੂੰ ਰਾਜੂ ਰਾਜੂ ਕਰਕੇ ਉੱਚੀ ਉੱਚੀ ਚਿਲਾਉਣ ਲੱਗ ਪਈ ਸੀ। ਜਦ ਬਾਜਾਂ ਮਾਰਨ ਲੱਗੀ ਸੀ ਤਾਂ ਲੋਕੀ ਉੱਠ ਕੇ ਦੌੜ ਗਏ ਸੀ। ਜਦ ਲੋਕੀ ਉੱਠ ਕੇ ਦੌੜੇ ਸੀ, ਫਿਰ ਜਿਹੜੇ ਡਾਕਟਰ ਸਾਹਿਬ ਸੀਗੇ ਮੇਨ, ਜਿਹੜੇ ਉਹਨਾਂ ਦਾ ਇਲਾਜ ਕਰਦੇ ਸੀਗੇ, ਜਦ ਉਹਨਾਂ ਨੂੰ ਪਤਾ ਲੱਗਾ ਉਹ ਵੀ ਇੱਕਦਮ ਜਦ ਉੱਥੇ ਪਹੁੰਚੇ। ਜਦ ਪਹੁੰਚੇ ਵੀ ਉਹ ਵੀ ਇਸ ਘਟਨਾ ਕਰਮ ਚੱਕਰ ਨੂੰ ਦੇਖ ਕੇ ਬੜੇ ਹੈਰਾਨ ਰਹਿ ਗਏ ਕਿ ਕਿਵੇਂ ਇੱਕ ਮਾਈ ਜਿਹੜੀ ਆ ਉਹ ਮਰ ਰਹੀ ਸੀ ਅਤੇ ਉਹਦੇ ਅਸੀਂ ਜ਼ਰੂਰੀ ਕਾਗਜ਼ ਪੱਤਰ ਬਣਾ ਰਹੇ ਸੀ, ਪਰ ਇਹ ਉੱਠ ਕੇ ਫਿਰ ਜਿੰਦੀ ਹੋ ਗਈ ਆ। ਪਰ ਉਹ ਡਾਕਟਰ ਉਹਨਾਂ ਨੇ ਬੜੇ ਹੌਸਲੇ ਦੇ ਨਾਲ ਕੰਮ ਲਿਆ। ਉਹ ਉਸ ਮਾਈ ਦੇ ਪਾਸ ਪਹੁੰਚੇ, ਉਹਨੂੰ ਪੁੱਛਿਆ ਵੀ ਮਾਤਾ ਕੀ ਹਾਲ ਆ। ਤਾਂ ਫਿਰ ਉਹ ਬੀਬੀ ਨੇ ਆਖਿਆ ਸੀਗਾ ਕਿ ਮੈਨੂੰ ਇਸ ਗੱਲ ਦੀ ਹੈਰਾਨੀ ਆ ਕਿ ਮੈਂ ਤਾਂ ਉੱਠ ਕੇ ਬੈਠੀ ਹਾਂ ਅਤੇ ਲੋਕੀ ਭੂਤ ਭੂਤ ਕਹਿ ਕੇ ਇੱਥੋਂ ਦੌੜ ਕਾਤੇ ਗਏ ਆ। ਜਦ ਇੰਨੀ ਗੱਲ ਹੋਈ ਤਾਂ ਡਾਕਟਰ ਹੱਸ ਪਿਆਸ ਕੇ ਕਹਿਣ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ, ਇਹ ਲੋਕਾਂ ਨੂੰ ਵੈਸੇ ਢੱਡਾ ਭੁਲੇਖਾ ਪੈ ਗਿਆ ਹੋਊਗਾ। ਹੌਲੀ ਹੌਲੀ ਉਹ ਡਾਕਟਰ ਨੇ ਬੜੀ ਸ਼ਾਂਤੀ ਭਾਵਨਾ ਫਿਰ ਉਸ ਮਾਈ ਨੂੰ ਇਹ ਦੱਸਿਆ ਸੀਗਾ, ਕਹਿੰਦੇ ਵੀ ਮਾਤਾ ਜੀ ਦਰਅਸਲ ਗੱਲ ਇਹ ਆ ਕਿ ਦੁਨਿਆਵੀ ਤੌਰ ਦੇ ਉੱਤੇ ਤੁਸੀਂ ਸਾਡੇ ਮੈਡੀਕਲ ਸਾਇੰਸ ਦੇ ਹਿਸਾਬ ਨਾਲ ਮਰ ਚੁੱਕੇ ਸੀਗੇ ਅਤੇ ਅਸੀਂ ਤੁਹਾਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ ਸੀਗਾ ਅਤੇ ਤੁਹਾਡੇ ਜ਼ਰੂਰੀ ਕਾਗਜ਼ ਪੱਤਰ ਜਿਹੜੇ ਸੀ ਉਹ ਤੁਹਾਡੇ ਘਰ ਦੇ ਉਹ ਬਣਾਉਣ ਲੱਗ ਪਏ ਸੀ, ਪਰ ਤੁਸੀਂ ਅਚਨਚੇਤ ਦੁਬਾਰਾ ਜਿੰਦੇ ਹੋ ਗਏ ਆ। ਇਸ ਘਟਨਾ ਨੂੰ ਦੇਖ ਕੇ ਜਿਹੜੇ ਲੋਕ ਆਲੇ ਦੁਆਲੇ ਤੁਹਾਡੇ ਬੈਠੇ ਸੀ ਉਹ ਤੁਹਾਡੇ ਤੋਂ ਦੇਖ ਕੇ ਘਬਰਾ ਕੇ ਭੂਤ ਭੂਤ ਕਰਕੇ ਇੱਥੋਂ ਨੱਠ ਗਏ ਆ। ਜਦ ਡਾਕਟਰ ਨੇ ਬੜੇ ਧੀਰਜ ਦੇ ਨਾਲ ਉਸ ਮਾਈ ਨਾਲ ਇਹ ਗੱਲ ਸਾਂਝੀ ਕੀਤੀ ਸੀ ਤਾਂ ਫਿਰ ਉਹ ਮਾਈ ਨੇ ਥੋੜ੍ਹਾ ਜਿਹਾ ਆਪਣੇ ਦਿਮਾਗ 'ਤੇ ਜ਼ੋਰ ਦਿੱਤਾ ਅਤੇ ਕਹਿਣ ਲੱਗੀ ਕਿ ਹਾਂ ਠੀਕ ਆ, ਮੈਨੂੰ ਯਾਦ ਆਇਆ। ਫਿਰ ਉਹਨੇ ਆਪਣੀ ਹੱਡ ਬੀਤੀ ਦੱਸੀ। ਉਹ ਕਹਿਣ ਲੱਗੀ ਕਿ ਜਦੋਂ ਤੁਸੀਂ ਮੈਨੂੰ ਬੇਹੋਸ਼ੀ ਦਾ ਟੀਕਾ ਲਾਇਆ ਸੀਗਾ, ਉਸ ਤੋਂ ਬਾਅਦ ਕਹਿੰਦੀ ਵੀ ਮੈਂ ਥੋੜ੍ਹਾ ਜਿਹਾ ਜਦ ਬੇਹੋਸ਼ ਹੋ ਗਈ ਸੀ ਤਾਂ ਮੈਂ ਕੀ ਦੇਖਿਆ ਕਿ ਜੋ ਜਮਦੂਤ ਮੇਰੇ ਦੋਨੇ ਪਾਸੇ ਖੜ੍ਹੇ ਸੀਗੇ। ਜਦ ਖੜ੍ਹੇ ਸੀ ਤਾਂ ਕਹਿੰਦੇ ਵੀ ਮੈਨੂੰ ਉਹ ਕਹਿਣ ਲੱਗੇ ਕਿ ਉੱਠ ਮਾਈ ਚੱਲ, ਤੈਨੂੰ ਅਸੀਂ ਜੰਮਪੁਰੀ ਲੈ ਕੇ ਜਾਣਾ ਹੈਗਾ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਉਹ ਮਾਈ ਕਹਿਣ ਲੱਗੀ ਕਿ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਨਰਕ ਸੁਰਗ ਦਾ ਤਾਂ ਸੁਣਿਆ ਹੈਗਾ, ਇਹ ਜੰਮਪੁਰੀ ਕੀ ਚੀਜ਼ ਹੁੰਦੀ ਆ। ਜਦ ਇੰਨੀ ਗੱਲ ਹੋਈ ਜਮਦੂਤ ਕਹਿਣ ਲੱਗੇ ਜੰਮਪੁਰੀ ਦਾ ਮਤਲਬ ਹੈ ਜਮਲੋਕ। ਜਦ ਇੰਨੀ ਗੱਲ ਹੋਈ ਤਾਂ ਉਹ ਕਹਿੰਦੀ ਹੈ ਜਮਲੋਕ ਜਾਣਾ, ਕਹਿੰਦੇ ਹਾਂ। ਅਤੇ ਉਹ ਮਾਈ ਕਹਿਣ ਲੱਗੀ ਕਿ ਅਗਰ ਮੈਂ ਤੁਹਾਡੇ ਨਾਲ ਜਮਲੋਕ ਨਾ ਗਈ ਫਿਰ? ਉਹ ਕਹਿੰਦੇ ਨਾ ਗਈ ਤਾਂ ਤੈਨੂੰ ਅਸੀਂ ਜ਼ਬਰਦਸਤੀ ਤਾਂ ਫਿਰ ਲੈ ਜਾਵਾਂਗੇ। ਜਦ ਇੰਨੀ ਗੱਲ ਹੋਈ ਉਹ ਮਾਈ ਕਹਿੰਦੀ ਕਿ ਮੈਂ ਉਹਨਾਂ ਜਿਹੜੇ ਜਮਦੂਤ ਸੀ ਉਹਨਾਂ ਦੇ ਨਾਲ ਤੁਰ ਪਈ। ਜਦ ਕਹਿੰਦੀ ਮੈਂ ਉਹਨਾਂ ਦੇ ਨਾਲ ਤੁਰ ਪਈ, ਜਿਉਂ ਮੈਂ ਜਾਂਦੀ ਹਾਂ ਰਸਤਾ ਪੈਂਡਾ ਬੜਾ ਲੰਮਾ ਹੈਗਾ ਅਤੇ ਰਸਤੇ ਦੇ ਵਿੱਚ ਮੈਨੂੰ ਵਿਸ਼ਨੂੰ ਭਗਵਾਨ ਦੇ 2 ਦੂਤ ਮਿਲੇ। ਜਦ ਦੂਤ ਮਿਲੇ ਤਾਂ ਕਹਿੰਦੇ ਉਹ ਜਮਾਂ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਮਾਈ ਨੂੰ ਕਿੱਧਰ ਲੈ ਕੇ ਜਾਂਦੇ ਆ, ਇਹਨੂੰ ਤਾਂ ਵਿਸ਼ਨੂੰ ਭਗਵਾਨ ਨੇ ਆਪਣੇ ਧਾਮ 'ਚ ਬੁਲਾਇਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਉਹ ਜਮਦੂਤ ਕਹਿਣ ਲੱਗੇ ਕਿ ਸਾਨੂੰ ਤਾਂ ਧਰਮਰਾਜ ਨੇ ਇਹਨੂੰ ਲੈਣ ਵਾਸਤੇ ਭੇਜਿਆ ਹੈਗਾ। ਅਤੇ ਜਦ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਵਿਸ਼ਨੂੰ ਧਾਮ ਦੇ ਦੂਤਾਂ ਦੇ ਨਾਲ ਅਤੇ ਜਮਦੂਤ ਜਿਹੜੇ ਧਰਮਰਾਜ ਦੇ ਜਮਦੂਤ ਸੀ ਉਹਨਾਂ ਦੇ ਵਿਚਕਾਰ ਹੋਣ ਲੱਗ ਪਏ ਅਤੇ ਦੋਨੇ ਜਿਹੜੇ ਸੀਗੇ ਇਸੇ ਹੀ ਵਿਚਾਰ ਦੇ ਵਿੱਚ ਬਹਿਸ ਪਏ। ਜਦ ਬਹਿਸੇ ਤਾਂ ਮਾਈ ਕਹਿੰਦੀ ਕਿ ਮੈਂ ਸੋਚਣ ਲੱਗ ਪਈ ਵੀ ਲੜਾਈ ਤਾਂ ਸਾਡੇ ਇੱਥੇ ਲੋਕ 'ਚ ਹੁੰਦੀ ਆ, ਇਹ ਇਸ ਦੁਨੀਆ ਵਿੱਚ ਵੀ ਲੜਾਈ ਆਪਸ ਵਿੱਚ ਹੁੰਦੀ ਆ। ਜਮਦੂਤ ਕਹਿਣ ਲੱਗੇ ਕਿ ਅਸੀਂ ਇਹਨੂੰ ਧਰਮਰਾਜ ਦੀ ਕਚਹਿਰੀ ਲੈ ਕੇ ਜਾਣਾ, ਅਤੇ ਜਿਹੜੇ ਸੀਗੇ ਵਿਸ਼ਨੂੰ ਦੇ ਦੂਤ ਉਹ ਕਹਿੰਦੇ ਵੀ ਅਸੀਂ ਇਹਨੂੰ ਬਿਸ਼ਨਪੁਰੀ ਲੈ ਕੇ ਜਾਣਾ। ਅਖੀਰ ਕਹਿੰਦੇ ਵੀ ਦੋਨਾਂ ਦੀ ਬਹਿਸ ਵਿਚਾਰ ਦੇ ਵਿੱਚ ਅਖੀਰ ਜਿਹੜੇ ਵਿਸ਼ਨੂੰ ਦੇ ਦੂਤ ਸੀ ਉਹਨਾਂ ਨੂੰ ਕੋਈ ਗੱਲ ਯਾਦ ਆਈ। ਉਹ ਕਹਿਣ ਲੱਗੇ ਕਿ ਅਸੀਂ ਫਿਰ ਆਵਾਂਗੇ, ਅਤੇ ਉਹ ਫਿਰ ਜਿਹੜੇ ਵਾਪਸ ਦੋਨੇ ਸੀ ਦੂਤ ਉਹ ਵਿਸ਼ਨੂੰ ਧਾਮ ਵਾਪਸ ਮੁੜ ਗਏ। ਜਦ ਵਿਸ਼ਨੂੰ ਧਾਮ ਮੁੜੇ ਆ ਅਤੇ ਇਹ ਜਿਹੜੇ ਜਮਦੂਤ ਸੀ ਧਰਮਰਾਜ ਦੇ, ਇਹ ਮਾਈ ਨੂੰ ਧਰਮਰਾਜ ਦੀ ਕਚਹਿਰੀ ਲੈ ਗਏ। ਜਦ ਗਏ ਤਾਂ ਉੱਥੇ ਜਾ ਕੇ ਕਹਿਣ ਲੱਗੇ ਉਹ ਸਾਹਮਣੇ ਦੇਖ, ਸਾਹਮਣੇ ਧਰਮਰਾਜ ਬੈਠਾ ਹੈਗਾ
ਤੇ ਆ ਦੋ ਉਹਦੇ ਆਲੇ ਦੁਆਲੇ ਚਿੱਤਰ ਤੇ ਗੁਪਤ ਬੈਠੇ ਹੈਗੇ ਆ, ਤੂੰ ਉਹਨਾਂ ਦੇ ਕੋਲ ਚਲੀ ਜਾ। ਕਹਿੰਦੇ ਵੀ ਜਦ ਜਮਦੂਤਾਂ ਨੇ ਮੈਨੂੰ ਇੰਨੀ ਗੱਲ ਕਹੀ, ਉਹ ਮਾਈ ਕਹਿਣ ਲੱਗੀ ਕਿ ਇੰਨੀ ਗੱਲ ਕਹੀ ਕਿ ਜਿਹੜੇ ਦੋਨੇ ਜਮਦੂਤ ਸੀਗੇ ਉੱਥੋਂ ਲੋਪ ਹੋ ਗਏ। ਅਤੇ ਕਹਿੰਦੀ ਵੀ ਮੈਂ ਉੱਥੇ ਜਦ ਧਰਮਰਾਜ ਦੇ ਮੂਹਰੇ ਜਾ ਕੇ ਖੜ੍ਹੀ ਹੋਈ ਅਤੇ ਕਹਿੰਦੀ ਮੈਂ ਕੀ ਦੇਖਿਆ ਕਿ ਉਹਦੇ ਹੱਥ 'ਚ ਬਈ ਖਾਤਾ ਸੀਗਾ ਅਤੇ ਉਹ ਜਿਹੜੀ ਸੀ ਕਿਤਾਬ ਜਿਹੜੀ ਸੀ ਉਹ ਫੁੱਲ ਰਿਹਾ ਸੀਗਾ। ਉਸ ਤੋਂ ਬਾਅਦ ਕਹਿੰਦੀ ਜਦੋਂ ਮੈਂ ਆਲੇ ਦੁਆਲੇ ਨਜ਼ਰ ਦਰਾਈ ਜਦ ਕੀ ਦੇਖਿਆ, ਉੱਥੇ ਦਾ ਦ੍ਰਿਸ਼ ਬੜਾ ਭਿਆਨਕ ਸੀਗਾ। ਉਹ ਦ੍ਰਿਸ਼ ਇੱਦਾਂ ਸੀਗਾ ਕਿ ਕਈਆਂ ਬੰਦਿਆਂ ਨੂੰ ਤਾਂ ਹਾਥੀਆਂ ਦੇ ਪੈਰਾਂ ਦੇ ਥੱਲੇ ਲਤਾੜਿਆ ਜਾ ਰਿਹਾ ਸੀ, ਕਈਆਂ ਨੂੰ ਕਹਿੰਦੀ ਜਿਹੜੇ ਸੱਪ ਸੀਗੇ ਉਹ ਡੰਗ ਮਾਰ ਰਹੇ ਸੀ, ਅਤੇ ਕਈ ਜਿਹੜੇ ਸੀਗੇ ਉਹ ਉਬਲਦੀਆਂ ਜਿਹੜੇ ਕੜਾਹੇ ਸੀ ਤੇਲ ਸੀਗੇ ਉਹਨਾਂ 'ਚ ਤਲੇ ਜਾ ਰਹੇ ਸੀ। ਬੜਾ ਕਹਿੰਦੀ ਰੌਲਾ ਰੱਪਾ ਸੀਗਾ, ਜਿਹਨੂੰ ਦੇਖ ਕੇ ਉਹ ਮਾਈ ਕਹਿੰਦੀ ਮੈਂ ਬੁਰੀ ਤਰ੍ਹਾਂ ਘਬਰਾ ਗਈ। ਜਦ ਕਹਿੰਦੀ ਜਿਉਂ ਮੈਂ ਦ੍ਰਿਸ਼ ਦੇਖਿਆ ਅਤੇ ਦੇਖਣ ਲੱਗੀ, ਕਹਿੰਦੀ ਮੈਂ ਅੱਖਾਂ ਮੀਟ ਲਈਆਂ। ਜਦੋਂ ਕਹਿੰਦੀ ਮੈਂ ਅੱਖਾਂ ਮੀਟੀਆਂ, ਅਚਨਚੇਤ ਕਹਿੰਦੀ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਕਿਸੇ ਗੁਪਤ ਸ਼ਕਤੀ ਨੇ ਮੈਨੂੰ ਧੱਕਾ ਮਾਰਿਆ, ਅਤੇ ਮੈਂ ਕਹਿੰਦੀ ਉੱਠ ਕੇ ਜਿਹੜੀ ਸੀ ਉਹ ਜਦ ਬੈਠੀ ਹਾਂ ਅਤੇ ਮੈਂ ਕੀ ਦੇਖਿਆ, ਮੈਂ ਤਾਂ ਹੋਸਪਿਟਲ ਦੇ ਬੈੱਡ 'ਤੇ ਉੱਤੇ ਲੰਮੀ ਪਈ ਹਾਂ। ਅਤੇ ਕਹਿੰਦੀ ਫਿਰ ਮੇਰੇ ਨਾਲ ਆਹ ਘਟਨਾ ਹੋਈ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਉਹ ਮਾਈ ਜਿਸ ਨੂੰ ਸੁਪਨਾ ਸਮਝਦੀ ਸੀਗੀ, ਉਹਨੇ ਡਾਕਟਰਾਂ ਨੂੰ ਦੱਸਿਆ ਸੀਗਾ ਕਿ ਮੇਰੇ ਨਾਲ ਇਸ ਤਰ੍ਹਾਂ ਹੋਈ ਆ। ਫਿਰ ਡਾਕਟਰ ਵੀ ਕਹਿਣ ਲੱਗੇ ਕਿ ਮਾਈ ਇਹ ਸੁਪਨਾ ਨਹੀਂ ਸੀ, ਤੂੰ ਅਸਲੀਅਤ ਦੇ ਤੌਰ 'ਤੇ ਮਰ ਗਈ ਸੀ, ਅਤੇ ਅਸੀਂ ਤੇਰੇ ਜਿਹੜੇ ਜ਼ਰੂਰੀ ਕਾਗਜ਼ ਪੱਤਰ ਬਣਾ ਰਹੇ ਸੀ। ਅਤੇ ਪਰ ਇਸ ਘਟਨਾ ਦੇ ਕਾਰਨ ਸਾਨੂੰ ਆਪ ਇਸ ਗੱਲ ਦਾ ਬੜਾ ਅਚਰਜ ਹੈ ਕਿ ਕਿਵੇਂ ਤੂੰ ਕਾਫੀ ਘੰਟੇ ਮਰਨ ਤੋਂ ਬਾਅਦ ਦੁਬਾਰਾ ਫਿਰ ਜ਼ਿੰਦੀ ਹੋ ਗਈ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਭਾਰਤ ਦੇਸ਼ ਹੈ ਚਮਤਕਾਰਾਂ ਦਾ ਦੇਸ਼ ਹੈ। ਇੱਥੇ ਅਨੇਕ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਚਮਤਕਾਰ ਅਕਸਰ ਹੁੰਦੇ ਰਹਿੰਦੇ ਆ, ਅਤੇ ਇਹਨਾਂ ਚਮਤਕਾਰਾਂ ਵਿੱਚੋਂ ਆਹ ਜਿਹੜਾ ਆਫਟਰ ਆਫ ਡੈਥ ਹੈ, ਇਹਦੇ ਵਿੱਚ ਬਹੁਤ ਸਾਰੇ ਵਿਅਕਤੀ ਆ ਜਿਨ੍ਹਾਂ ਨੇ ਆਪਣੇ ਮਰਨ ਤੋਂ ਬਾਅਦ ਦੇ ਜੋ ਦ੍ਰਿਸ਼ ਵਾ ਉਹ ਸਮੇਂ-ਸਮੇਂ 'ਤੇ ਸਾਰਿਆਂ ਨਾਲ ਸਾਂਝੇ ਕੀਤੇ ਆ। ਲੇਕਿਨ ਹੈਰਾਨੀ ਦੀ ਗੱਲ ਇਹ ਵੀ ਕੋਈ ਵੀ ਦ੍ਰਿਸ਼ ਇੱਕ ਦੂਸਰੇ ਦ੍ਰਿਸ਼ ਦੇ ਨਾਲ ਮਿਲਦਾ ਨਹੀਂ ਆ। ਹਰੇਕ ਦ੍ਰਿਸ਼ ਦੂਸਰੇ ਦ੍ਰਿਸ਼ ਤੋਂ ਭਿੰਨ ਹੈ। ਇਹਦੇ ਵਿੱਚ ਇੱਕ ਚੀਜ਼ ਤਾਂ ਜ਼ਰੂਰ ਹੈਗੀ ਆ ਕਿ ਧਰਮਰਾਜ ਦੇ ਜਮਦੂਤ ਆਉਂਦੇ ਆ, ਉਹ ਜਿਹੜੇ ਜਮਦੂਤ ਆ ਕੇ ਉਸ ਨੂੰ ਲੈ ਕੇ ਜਾਂਦੇ ਆ, ਪਰ ਜਿਹੜੇ ਸਥਾਨਾਂ 'ਤੇ ਲੈ ਕੇ ਜਾਂਦੇ ਆ ਜੋ ਘਟਨਾਕ੍ਰਮ ਉਹਨਾਂ ਦੇ ਰਸਤੇ 'ਚ ਹੁੰਦੇ ਉਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ। ਜਿਵੇਂ ਇੱਕ ਬੀਬੀ ਮੁਕੇਸ਼ ਆ, ਉਹਨੇ ਵੀ ਆਪਣੇ ਜੀਵਨ ਦੀ ਇੱਕ ਘਟਨਾ ਜਿਹੜੀ ਸੀ ਉਹ ਸਾਂਝੀ ਕੀਤੀ ਸੀ। ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਮੇਰੇ ਪੇਟ ਦੇ ਵਿੱਚ ਪਹਿਲਾਂ ਇੱਕ ਪੱਥਰੀ ਸੀਗੀ, ਅਤੇ ਕਹਿੰਦੀ ਮੈਂ ਉਹਦਾ ਆਪਰੇਸ਼ਨ ਕਰਾਇਆ ਸੀ। ਦੂਸਰੀ ਵਾਰੀ ਕਹਿੰਦੀ ਫਿਰ ਮੈਂ ਜਿਹੜੇ ਸੀ ਬਿਮਾਰ ਰਹਿਣ ਲੱਗ ਪਈ, ਅਤੇ ਮੇਰੇ ਪੇਟ ਵਿੱਚ ਦੁਬਾਰਾ ਜਿਹੜਾ ਸੀਗਾ ਉਹ ਥੋੜ੍ਹਾ ਪਾਣੀ ਜਿਹਾ ਭਰਨ ਲੱਗ ਪਿਆ। ਅਤੇ ਉਸ ਤੋਂ ਬਾਅਦ ਕਹਿੰਦੀ ਵੀ ਬਿਮਾਰੀ ਕੀ ਸੀ ਡਾਕਟਰਾਂ ਮੈਨੂੰ ਦੱਸੀ ਨਹੀਂ, ਲੇਕਿਨ ਮੈਂ GB ਪੰਥ ਜਿਹੜਾ ਹੋਸਪੀਟਲ ਆ ਉਹਦੇ ਵਿੱਚ 3 ਮਹੀਨੇ ਰਹੀ ਇਲਾਜ ਕਰਾਉਂਦੀ। ਜਾਂ 3 ਮਹੀਨੇ ਇਲਾਜ ਕਰਾਉਂਦੀ ਰਹੀ ਹਾਂ। 3 ਮਹੀਨੇ ਇਲਾਜ ਤੋਂ ਬਾਅਦ ਉਹ ਜਿਹੜਾ ਡਾਕਟਰ ਜਾਂ ਨਰਸਾਂ ਉਹ ਸਾਰੇ ਮੈਨੂੰ ਪਰਿਵਾਰ ਵਾਂਗੂ ਲੱਗਣ ਲੱਗ ਪਏ ਸੀ। ਇੰਨਾ ਕਹਿੰਦੀ ਉਸ ਹੋਸਪੀਟਲ ਜਿਹੜਾ ਸਟਾਫ ਸੀਗਾ ਮੈਨੂੰ ਪਿਆਰ ਕਰਦਾ ਸੀਗਾ। 3 ਮਹੀਨੇ ਬਾਅਦ ਕਹਿੰਦੀ ਉਹ ਡਾਕਟਰ ਮੈਨੂੰ ਕਹਿਣ ਲੱਗੇ ਕਿ ਤੇਰਾ ਆਪਰੇਸ਼ਨ ਕਰਨਾ ਹੈ। ਖੈਰ ਕਹਿੰਦੀ ਜਦੋਂ ਉਹਨਾਂ ਨੇ ਮੇਰਾ ਆਪਰੇਸ਼ਨ ਕੀਤਾ, ਆਪਰੇਸ਼ਨ ਤੋਂ ਬਾਅਦ 3 ਦਿਨ ਮੈਂ ਠੀਕ ਰਹੀ। 3 ਦਿਨਾਂ ਬਾਅਦ ਫਿਰ ਮੇਰਾ ਪੇਟ ਜਿਹੜਾ ਸੀ ਫੁੱਲਣ ਲੱਗ ਪਿਆ। ਜਦ ਫੁੱਲਣ ਲੱਗ ਪਿਆ ਡਾਕਟਰ ਨੇ ਚੈੱਕ ਕੀਤਾ ਅਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਦੁਬਾਰਾ ਇਹਦੇ ਪੇਟ ਵਿੱਚ ਦੁਬਾਰਾ ਪਾਣੀ ਭਰਨਾ ਸ਼ੁਰੂ ਹੋ ਗਿਆ। ਇਸ ਕਰਕੇ ਡਾਕਟਰ ਨੇ ਕਹਿ ਦਿੱਤਾ ਹੈਗਾ ਕਿ ਹੁਣ ਤੇਰਾ ਫਿਰ ਦੁਬਾਰਾ ਆਪਰੇਸ਼ਨ ਕਰਨਾ ਪਊਗਾ। ਜਦੋਂ ਕਹਿੰਦੀ ਇੰਨੀ ਗੱਲ ਹੋਈ ਅਤੇ ਕਹਿੰਦੀ ਮੈਂ ਡਾਕਟਰ ਨੂੰ ਇਹ ਗੱਲ ਕਹਿ ਦਿੱਤੀ ਆ ਵੀ ਮੈਨੂੰ ਲੱਗਦਾ ਹੈਗਾ ਕਿ ਮੇਰਾ ਜਿਹੜਾ ਹੈਗਾ ਉਹ ਅੰਤ ਸਮਾਂ ਆ ਗਿਆ। ਮੇਰੇ ਛੋਟੇ ਛੋਟੇ ਬੱਚੇ ਆ, ਪਰ ਮੈਂ ਇਹ ਅਰਦਾਸ ਕਰਦੀ ਹਾਂ ਕਿ ਅਗਰ ਰੱਬ ਮੈਨੂੰ ਹੋਰ 10 ਸਾਲ ਦੀ ਜ਼ਿੰਦਗੀ ਦੇਵੇ ਅਤੇ ਤਾਂ ਜੋ ਜਿਹੜੇ ਮੇਰੇ ਬੱਚੇ ਆ ਨਾ ਉਹ ਥੋੜ੍ਹੇ ਪਲ ਜਾਣ, ਤਕੜੇ ਹੋ ਜਾਣ। ਫਿਰ ਕਹਿੰਦੀ ਮੈਨੂੰ ਮੌਤ ਤੋਂ ਕੋਈ ਡਰ ਨਹੀਂ ਹੈਗਾ, ਕੋਈ ਘਬਰਾਹਟ ਨਹੀਂ ਆ। ਇਸ ਤੋਂ ਬਾਅਦ ਕਹਿੰਦੇ ਉਹ ਡਾਕਟਰ ਮੈਨੂੰ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਤੂੰ ਇਸ ਤਰ੍ਹਾਂ ਦੀ ਗੱਲਾਂ ਨਾ ਕਰ, ਤੈਨੂੰ ਕੁਛ ਨਹੀਂ ਹੁੰਦਾ, ਤੂੰ ਬਿਲਕੁਲ ਠੀਕ ਠਾਕ ਹੋਊਗੀ। ਉਸ ਤੋਂ ਬਾਅਦ ਕਹਿੰਦੀ ਫਿਰ ਡਾਕਟਰ ਸੀਗੇ ਮੈਨੂੰ ਆਪਰੇਸ਼ਨ ਥੀਏਟਰ ਬਾਰੇ ਜਦ ਲਿਜਾਣ ਲੱਗੇ, ਜਿਸ ਕਹਿੰਦੀ ਫਾਰਮ 'ਤੇ ਉਹਨਾਂ ਨੇ ਮੇਰੇ ਤੋਂ ਦਸਤਖਤ ਕਰਾਏ ਸੀਗੇ, ਅਤੇ ਕਹਿੰਦੀ ਉਹ ਫਾਰਮ 'ਤੇ ਦਸਤਖਤ ਕਰਨ ਲੱਗਿਆ ਕਹਿੰਦੀ ਮੇਰੀਆਂ ਅੱਖਾਂ ਦੇ ਵਿੱਚ ਫੇਰੇ ਜਿਹੜੇ ਸੀ ਉਹ ਥਰੂ ਆ ਗਏ। ਅਤੇ ਮੈਂ ਡਾਕਟਰ ਨੂੰ ਗੱਲ ਕਹੀ ਕਿ ਮੈਨੂੰ ਲੱਗਦਾ ਕਿ ਮੇਰਾ ਅੰਤ ਸਮਾਂ ਆ ਗਿਆ, ਇਹ ਮੇਰਾ ਲਾਸਟ ਸਮਾਂ ਚੱਲ ਰਿਹਾ ਹੈਗਾ, ਅਤੇ ਇਸ ਕਰਕੇ ਮੇਰੇ ਬੱਚੇ ਛੋਟੇ ਆ, ਬਸ ਮੈਨੂੰ ਇਸ ਗੱਲ ਦਾ ਹੀ ਫਿਕਰ ਹੈਗਾ। ਜਦ ਕਹਿੰਦੀ ਇੰਨੀ ਗੱਲ ਇਹੋ ਡਾਕਟਰਾਂ ਨੇ ਕਹਿੰਦੀ ਮੈਨੂੰ ਹੌਸਲਾ ਦਿੱਤਾ, ਕਹਿਣ ਲੱਗੇ ਕੋਈ ਗੱਲ ਨਹੀਂ, ਤੁਹਾਨੂੰ ਕੁਛ ਨਹੀਂ ਹੁੰਦਾ, ਤੁਹਾਡਾ ਬੜਾ ਵਧੀਆ ਆਪਰੇਸ਼ਨ ਹੋਊਗਾ, ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਖੈਰ ਕਹਿੰਦੀ ਉੱਥੇ ਜਾ ਕੇ ਜਦ ਡਾਕਟਰਾਂ ਨੇ ਮੇਰਾ ਆਪਰੇਸ਼ਨ ਕਰਨਾ ਸ਼ੁਰੂ ਕਰਤਾ, ਤਕਰੀਬਨ 3-4 ਘੰਟੇ ਦਾ ਦੁਬਾਰਾ ਫਿਰ ਆਪਰੇਸ਼ਨ ਸੀਗਾ। ਇਸ ਆਪਰੇਸ਼ਨ ਦੇ ਦੌਰਾਨ ਜਦੋਂ ਕਹਿੰਦੀ ਡਾਕਟਰ ਨੇ ਟੀਕਾ ਲਾ ਕੇ ਮੈਨੂੰ ਬੇਹੋਸ਼ ਕੀਤਾ ਸੀਗਾ, ਉਹਦੇ ਵਿੱਚ ਕਹਿੰਦੀ ਮੈਂ ਕੀ ਦੇਖਿਆ ਕਿ 2 ਆਦਮੀ ਮੇਰੇ ਕੋਲ ਖੜ੍ਹੇ ਸੀਗੇ, ਇੱਕ ਸੱਜੇ ਪਾਸੇ ਸੀ, ਇੱਕ ਖੱਬੇ ਪਾਸੇ ਸੀ। ਜਦ 2 ਆਦਮੀ ਮੇਰੇ ਕੋਲ ਖੜ੍ਹੇ ਸੀਗੇ, ਕਹਿੰਦੀ ਉਹਨਾਂ ਦੋਨਾਂ ਨੇ ਕੀ ਕੀਤਾ, ਇੱਕ ਪੌੜੀ ਜਿਹੜੀ ਸੀਗੀ ਕਹਿੰਦੀ ਲਿਆਂਦੀ, ਉਹ ਪੌੜੀ ਜਿਹੜੀ ਸੀਗੀ ਉਹ ਥੱਲਿਓਂ ਲੈ ਕੇ ਉੱਪਰ ਅਸਮਾਨ ਤੱਕ ਐਡੀ ਦੂਰ ਤੱਕ ਕਹਿੰਦੀ ਮੈਨੂੰ ਨਜ਼ਰ ਆਈ। ਅਤੇ ਮੈਨੂੰ ਕਹਿਣ ਲੱਗੇ ਕਹਿੰਦੇ ਚੱਲੀਏ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਕਹਿੰਦੀ ਵੀ ਮੈਂ ਉਹਨਾਂ ਵੱਲ ਦੇਖਿਆ ਤਾਂ ਪਰ ਮੈਂ ਕਹਿੰਦੀ ਕੁਛ ਨਹੀਂ ਬੋਲੀ। ਮੈਨੂੰ ਕਹਿੰਦੀ ਚੱਲ ਉੱਠ, ਚੱਲ ਚੱਲੀਏ। ਕਹਿੰਦੀ ਕਹਿ ਕੇ ਦੋਨਾਂ ਨੇ ਮੈਨੂੰ ਖੱਬਿਓਂ ਅਤੇ ਸੱਜੋਂ ਜਿਹੜੀਆਂ ਮੇਰੀਆਂ ਬਾਹਾਂ ਸੀ ਉਹਨਾਂ ਤੋਂ ਫੜ ਲਿਆ।
ਫੜ ਕੇ ਕਹਿੰਦੀ ਮੈਨੂੰ ਪੌੜੀ ਥਾਣੀ ਉੱਪਰ ਜਿਹੜੇ ਸੀਗੇ ਉਹ ਚੜ੍ਹ ਕੇ ਲਿਜਾਣ ਲੱਗ ਪਏ। ਜਦ ਕਹਿੰਦੀ ਉਸੇ ਪੌੜੀ ਥਾਣੀ ਮੈਨੂੰ ਉੱਪਰ ਚੜ੍ਹ ਕੇ ਲਿਜਾਣ ਲੱਗੇ ਤੇ ਪਰ ਉਹ ਜਿਹੜੀ ਵਾਟ ਪੌੜੀ ਦੀ ਇੰਨੀ ਲੰਮੀ ਸੀਗੀ ਅਤੇ ਕਹਿੰਦੀ ਮੈਂ ਉਹਦੇ ਵਿੱਚ ਕਾਫੀ ਥਕਨ ਮਹਿਸੂਸ ਕੀਤੀ, ਪਰ ਕਹਿੰਦੀ ਮੈਂ ਤੁਰਦੀ ਗਈ ਅਤੇ ਇਸ ਤਰ੍ਹਾਂ ਕਹਿੰਦੀ ਵੀ ਉੱਪਰ ਇੱਕ ਵਾਕਿਆ ਕਹਿੰਦੀ ਜਿੱਥੇ ਪੌੜੀ ਲੱਗੀ ਸੀ ਉੱਥੇ ਇੱਕ ਤਰ੍ਹਾਂ ਦੀ ਧਰਤੀ ਆਈ ਆ। ਉਸ ਧਰਤੀ ਦੇ ਉੱਤੇ ਪਹਾੜ ਸੀਗੇ ਅਤੇ ਪੱਥਰ ਜਿਹੜੇ ਸੀਗੇ ਕਹਿੰਦੀ ਮੈਂ ਦੇਖਿਆ, ਦਰੱਖਤਾਂ ਦੇ ਝੁੰਡ ਸੀਗੇ, ਇਸ ਤਰ੍ਹਾਂ ਬੜੀ ਹਰਿਆਵਲ ਸੀਗੀ। ਕਹਿੰਦੀ ਮੈਂ ਦੇਖਿਆ ਕਿ ਮੈਂ ਕਿੱਥੇ ਆ ਗਈ ਹਾਂ। ਅਤੇ ਉਸ ਤੋਂ ਬਾਅਦ ਕਹਿੰਦੀ ਮੈਂ ਕੀ ਦੇਖਿਆ, ਇੱਕ ਪੱਥਰ ਦੇ ਉੱਤੇ ਸ਼ਿਵਜੀ ਪਾਰਵਤੀ ਬੈਠੇ ਮੈਨੂੰ ਨਜ਼ਰ ਆਏ। ਕਹਿੰਦੀ ਨਜ਼ਰ ਆਏ ਅਤੇ ਮੈਂ ਕਹਿੰਦੀ ਕਿਉਂਕਿ ਬਚਪਨ ਤੋਂ ਇਹਨਾਂ ਨੂੰ ਮੰਨਦੀ ਆ ਰਹੀਆਂ ਨੇ ਦੇਵੀ ਦੇਵਤਿਆਂ ਨੂੰ, ਕਹਿੰਦੀ ਮੈਂ ਜਮਦੂਤਾਂ ਨੂੰ ਆਖਿਆ ਕਿ ਤੁਸੀਂ ਮੇਰੀਆਂ ਬਾਹਾਂ ਨੂੰ ਬੜੇ ਘੁੱਟ ਕੇ ਫੜਿਆ, ਥੋੜ੍ਹੀ ਜਿਹੀ ਮੇਰੀਆਂ ਬਾਹਾਂ ਨੂੰ ਛੱਡੋ ਤਾਂ ਜੋ ਮੈਂ ਇਹਨਾਂ ਨੂੰ ਨਮਸਕਾਰ ਕਰ ਸਕਾਂ। ਕਹਿੰਦੇ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਉਹਨਾਂ ਦੋਨਾਂ ਜਮਦੂਤਾਂ ਨੇ ਮੈਨੂੰ ਛੱਡਿਆ ਤਾਂ ਨਹੀਂ, ਲੇਕਿਨ ਮੇਰੀਆਂ ਜਿਹੜੀਆਂ ਬਾਹਾਂ ਬੜੀਆਂ ਟਾਈਟ ਕਰਕੇ ਫੜੀਆਂ ਹੋਈਆਂ ਸੀ, ਥੋੜ੍ਹੀਆਂ ਢਿੱਲੀਆਂ ਕੀਤੀਆਂ। ਜਦ ਕਹਿੰਦੀ ਢਿੱਲੀਆਂ ਕੀਤੀਆਂ ਅਤੇ ਮੈਂ ਕਹਿੰਦੀ ਦੋਨਾਂ ਨੂੰ ਨਮਸਕਾਰ ਕੀਤੀ, ਜਦ ਦੂਰੋਂ ਨਮਸਕਾਰ ਕੀਤੀ ਅਤੇ ਕਹਿੰਦੀ ਸ਼ਿਵ ਜੀ ਨੇ ਮੈਨੂੰ ਉੱਥੇ ਅਸ਼ੀਰਵਾਦ ਦਿੱਤਾ ਸੀਗਾ। ਉਸ ਤੋਂ ਬਾਅਦ ਕਹਿੰਦੀ ਅਸੀਂ ਜਿਹੜੇ ਜਮਦੂਤ ਸੀਗੇ ਉੱਥੋਂ ਅੱਗੇ ਲੈ ਗਏ। ਜਦ ਅੱਗੇ ਲੈ ਗਏ ਕੀ ਦੇਖਿਆ, ਇੱਕ ਜਗ੍ਹਾ ਐਸੀ ਆਈ ਆ ਜਿੱਥੇ ਬਹੁਤ ਭਾਰਾ ਪ੍ਰਕਾਸ਼ ਸੀਗਾ ਅਤੇ ਉਸ ਜਗ੍ਹਾ ਦੇ ਉੱਤੇ ਕਹਿੰਦੀ ਧਰਮਰਾਜ ਜਿਹੜਾ ਸੀਗਾ ਉਹ ਬੇਹੀ ਖਾਤਾ ਲੈ ਕੇ ਬੈਠਾ ਹੋਇਆ ਸੀਗਾ ਅਤੇ ਉਹਦਾ ਬਿਲਕੁਲ ਚਿੱਟਾ ਦਾੜਾ ਸੀਗਾ ਅਤੇ ਉਹਦਾ ਜਿਹੜਾ ਪ੍ਰਕਾਸ਼ ਸੀਗਾ ਇੰਨਾ ਤੇਜ਼ ਸੀਗਾ ਜਿਵੇਂ ਪਿੱਛੇ ਸੂਰਜ ਦਾ ਗੋਲਾ ਹੋਵੇ ਅਤੇ ਉਹਦੇ ਵੱਲ ਮਾੜਾ ਜਿਹਾ ਵੀ ਤੱਕਿਆ ਨਹੀਂ ਜਾ ਸਕਦਾ ਸੀਗਾ। ਕਹਿੰਦੀ ਵੀ ਜਦੋਂ ਮੈਨੂੰ ਦੇਖਿਆ ਮੈਂ ਦੇਖਦੇ ਸਾਰੀ ਜਿਹੜਾ ਕਹਿੰਦੀ ਵੀ ਮੈਂ ਉੱਥੇ ਖੜ੍ਹ ਕੇ ਕੁਛ ਨਹੀਂ ਬੋਲੀ ਅਤੇ ਉਹ ਜਿਹੜੇ ਜਮਦੂਤ ਸੀਗੇ ਉਹ ਕਹਿੰਦੀ ਉਹਨੂੰ ਕਹਿਣ ਲੱਗੇ ਲਓ ਜੀ ਇਸ ਨੂੰ ਅਸੀਂ ਲੈ ਆਂਦਾ ਹੈਗਾ। ਜਦ ਇੰਨੀ ਗੱਲ ਹੋਈ ਕਹਿੰਦੀ ਦੋਨੇ ਜਮਦੂਤ ਜਿਹੜੇ ਸੀ ਛੱਡ ਕੇ ਪਿੱਛੇ ਹੋ ਗਏ ਅਤੇ ਮੈਂ ਉੱਥੇ ਇਕੱਲੀ ਖੜ੍ਹ ਗਈ। ਇਕੱਲੀ ਖੜ੍ਹੀ ਅਤੇ ਮੈਂ ਕੀ ਦੇਖਿਆ ਕਿ ਉਹ ਹੀ ਸਫੇਦ ਸੁੰਦਰ ਗੋਰੇ ਰੰਗ ਦੀ ਦਾੜ੍ਹੀ ਵਾਲੇ ਉਹ ਜਿਹੜੇ ਮਹਾਂਪੁਰਖ ਧਰਮਰਾਜ ਜੀ ਉੱਥੇ ਬੈਠੇ ਹੋਏ ਸੀ। ਕਹਿੰਦੇ ਉਹਨਾਂ ਨੇ ਮੇਰੇ ਵੱਲ ਕੁਛ ਨਹੀਂ ਦੇਖੋ, ਆਪਣੇ ਧਿਆਨ ਨਾਲ ਪੱਤਰੇ ਫੋਲਦੇ ਗਏ ਅਤੇ ਕਹਿੰਦੇ ਫੋਲਦੇ ਉਹ ਮਾਈ ਕਹਿਣ ਲੱਗੀ ਕਿ ਮੈਂ ਥੋੜ੍ਹੀ ਜਿਹੀ ਨਜ਼ਰ ਜਿਹੜੀ ਸੀ ਆਪਣੇ ਆਲੇ ਦੁਆਲੇ ਘੁਮਾਈ। ਜਦ ਕੀ ਦੇਖਿਆ ਆਲੇ ਦੁਆਲੇ ਛੋਟੀਆਂ ਕੋਠੜੀਆਂ ਬਣੀਆਂ ਹੋਈਆਂ ਸੀ ਅਤੇ ਉਹਨਾਂ ਕੋਠੜੀਆਂ ਦੇ ਵਿੱਚੋਂ ਬੜੀਆਂ ਰੋਣ ਅਤੇ ਕਰਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸੀਗਾ। ਇੰਝ ਪ੍ਰਤੀਤ ਹੁੰਦਾ ਸੀਗਾ ਜਿਵੇਂ ਬਹੁਤ ਸਾਰੇ ਲੋਕ ਜਿਵੇਂ ਜੇਲ੍ਹ ਦੇ ਵਿੱਚ ਕੈਦ ਹੋਣਾ ਇਹਨਾਂ ਕੋਠੜੀਆਂ ਵਿੱਚ ਕੈਦ ਕੀਤੇ ਹੋਏ ਸੀ। ਉਸ ਤੋਂ ਬਾਅਦ ਫਿਰ ਉਹ ਬੀਬੀ ਕਹਿਣ ਲੱਗੀ ਕਿ ਜਦੋਂ ਹੀ ਉਸ ਧਰਮਰਾਜ ਨੇ ਮੇਰੇ ਵੱਲ ਨਜ਼ਰ ਕਹਿੰਦੀ ਅੱਖ ਚੱਕ ਕੇ ਦੇਖਦਾ ਸਾਰੀ ਉਹਨੂੰ ਉੱਚੀ ਦੇ ਨੇ ਕਿਹਾ ਕਿ ਜਾਓ ਇਹਨੂੰ ਹੁਣੇ ਜਾ ਕੇ ਫਟਾਫਟ ਧੱਕਾ ਦਿਓ। ਜਦੋਂ ਕਹਿੰਦੀ ਇੰਨੀ ਗੱਲ ਉਹਨੇ ਧੱਕੇ ਦੀ ਕਹਿ ਕੇ ਇਹਨੂੰ ਹੁਣੇ ਧੱਕਾ ਦੇ ਕੇ ਇੱਥੋਂ ਥੱਲੇ ਛੱਡ ਦਿਓ। ਇੰਨੀ ਗੱਲ ਹੋਈ ਅਤੇ ਕਹਿੰਦੇ ਜਿਹੜੇ ਜਮਦੂਤ ਸੀਗੇ ਉਹ ਫਿਰ ਕਹਿੰਦੀ ਉਹਨਾਂ ਨੇ ਮੈਨੂੰ ਫੜ ਲਿਆ, ਜਿਹੜੇ ਮੈਨੂੰ ਲੈ ਕੇ ਗਏ ਸੀ ਫੜ ਕੇ ਕਹਿੰਦੀ ਵੀ ਉਹ ਮੈਨੂੰ ਘੜੀਸ ਕੇ ਜਿਹੜਾ ਸੀ ਉਸੇ ਪੌੜੀ ਦੇ ਕੋਲ ਲੈ ਕੇ ਜਿਸ ਪੌੜੀ ਥਾੜੀ ਮੈਂ ਉਸ ਮੰਡਲ 'ਤੇ ਪਹੁੰਚੀ ਸੀਗੀ। ਜਦ ਕਹਿੰਦੀ ਉਸ ਪੌੜੀ ਦੇ ਕੋਲ ਪਹੁੰਚੀ ਉਹਨਾਂ ਦੋਨਾਂ ਜਮਦੂਤਾਂ ਨੇ ਕਹਿੰਦੀ ਮੈਨੂੰ ਜ਼ੋਰ ਦੇ ਨਹੀਂ ਧੱਕਾ ਮਾਰਿਆ। ਜਦ ਧੱਕਾ ਮਾਰਿਆ ਅਤੇ ਮੈਂ ਕਹਿੰਦੀ ਜਿਸ ਛੱਤ ਜਾਂ ਜਿਸ ਜਗ੍ਹਾ 'ਤੇ ਡਿੱਗੀ ਸੀ ਉੱਥੇ ਮੈਂ ਗੋਡੇ ਭਾਰ ਹੋ ਕੇ ਡਿੱਗੀ ਅਤੇ ਜਦ ਕਹਿੰਦੀ ਗੋਡੇ ਭਾਰ ਹੋ ਕੇ ਡਿੱਗੀ ਯਕਦਮ ਮੈਨੂੰ ਹੋਸ਼ ਅਤੇ ਮੈਂ ਕੀ ਦੇਖਿਆ ਕਿ ਮੈਂ ਤਾਂ ਐਸੇ ਹੀ ਬੈੱਡ 'ਤੇ ਪਈ ਆਪਰੇਸ਼ਨ ਥੀਏਟਰ ਵਾਲੇ ਬੈੱਡ 'ਤੇ ਪਈ ਆ। ਪਰ ਕਹਿੰਦੀ ਵੀ ਮੈਂ ਹੈਰਾਨ ਸੀਗੀ ਕਿ ਜਿਹੜਾ ਮੇਰਾ ਆਪਰੇਸ਼ਨ ਥੀਏਟਰ ਵਾਲਾ ਬੈੱਡ ਸੀਗਾ ਉਹ ਜਿਹੜਾ ਸੀਗਾ ਜਿੱਥੇ ਆਪਰੇਸ਼ਨ ਕਰਦੇ ਆ ਉਸ ਜਗ੍ਹਾ ਤੋਂ ਥੋੜ੍ਹਾ ਜਿਹਾ ਇੱਕ ਪਾਸੇ ਸੀਗਾ ਅਤੇ ਪਰ ਮੈਂ ਇੰਨਾ ਦੇਖਿਆ ਸੀਗਾ ਕਿ ਮੇਰਾ ਜਿਹੜਾ ਸਰੀਰ ਆ ਖੁੱਲ੍ਹਿਆ ਹੋਇਆ ਅਤੇ ਜਿਹੜੇ ਡਾਕਟਰ ਸੀਗੇ ਉਹ ਚਾਹ ਪੀ ਰਹੇ ਸੀ। ਕਹਿੰਦੇ ਜਦ ਡਾਕਟਰ ਉੱਥੇ ਚਾਹ ਪੀ ਰਹੇ ਸੀ ਅਚਨਚੇਤ ਕਹਿੰਦੀ ਇੱਕ ਡਾਕਟਰ ਦੀ ਨਜ਼ਰ ਮੇਰੇ 'ਤੇ ਪਈ। ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਉਹ ਡਾਕਟਰ ਜਿਹੜਾ ਸੀਗਾ ਦੂਜਿਆਂ ਨੂੰ ਕਹਿਣ ਲੱਗਾ ਕਿ ਛੇਤੀ ਕਰੋ ਇਹਨੂੰ ਹੁਣੇ ਫਿਰ ਬੇਹੋਸ਼ੀ ਵਾਲਾ ਇੰਜੈਕਸ਼ਨ ਲਾ ਦਿਓ। ਕਹਿੰਦੀ ਉਸ ਤੋਂ ਬਾਅਦ ਇਹ ਮੈਨੂੰ ਆਵਾਜ਼ ਸੁਣੀ ਸੀ ਉਹਨੇ ਦੁਬਾਰਾ ਫਿਰ ਮੇਰੇ ਬੇਹੋਸ਼ੀ ਦਾ ਇੰਜੈਕਸ਼ਨ ਲਾਇਆ ਸੀਗਾ ਅਤੇ ਉਸ ਤੋਂ ਬਾਅਦ ਕਹਿੰਦੀ ਫਿਰ ਮੈਨੂੰ ਕੋਈ ਸੁਰਤ ਨਹੀਂ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਐਸੀਆਂ ਦੁਰਲੱਭ ਘਟਨਾਵਾਂ ਜਿਨ੍ਹਾਂ ਦੇ ਨਾਲ ਹੋਈਆਂ ਹੈ ਉਹਨਾਂ ਨੇ ਦੱਸਿਆ ਹੈਗਾ ਕਿ ਇਸ ਸੰਸਾਰ ਤੋਂ ਬਾਅਦ ਐਸੇ ਵੀ ਵਿਚਿੱਤਰ ਸੰਸਾਰ ਹੈ ਜਿਸ ਨੂੰ ਅਸੀਂ ਪਰਲੋਕ ਆਖਦੇ ਹਾਂ ਅਤੇ ਉਸ ਪਰਲੋਕ ਦੇ ਅੰਦਰ ਕਿਹੋ ਜਿਹੀਆਂ ਘਟਨਾਵਾਂ ਜਿਹੜੀਆਂ ਮ੍ਰਿਤਕ ਆਤਮਾ ਹੈਗੀਆਂ ਉਹਨਾਂ ਦੇ ਨਾਲ ਵਾਪਰਦੀਆਂ ਹੈਗੀਆਂ ਅਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਜੀਵ ਸੰਸਾਰ 'ਚ ਆਉਂਦਾ, ਜਦੋਂ ਹੁਕਮ ਹੁੰਦਾ ਸੰਸਾਰ ਤੋਂ ਚਲਾ ਜਾਂਦਾ ਹੈ। ਸੋ ਦਾਸ ਇੰਨੇ ਹੀ ਬਚਨ ਆਪ ਜੀ ਦੇ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।